ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਇੱਕ ਵਾਰੀ ਫੇਰ ਜੂਨ ਮਹੀਨੇ ਦਾ ਪਹਿਲਾ ਹਫਤਾ ਆਉਣ ਕਰਕੇ, ਕਿਉਂਕਿ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਆ ਉਹ ਚੋਰੀ ਕੀਤੀ ਗਈ ਸੀ ਬੁਰਜ ਜਵਾਹਰ ਸਿੰਘ ਵਾਲਾ ਤੋਂ। ਇਹਨਾਂ ਘਟਨਾਵਾਂ ਨੂੰ 6 ਸਾਲ ਵਾਪਰਨ ਕਰਕੇ ਇੱਕ ਤਾਂ ਇਹਨਾਂ ਦਾ ਜਿਹੜਾ ਇਨਸਾਫ ਨਾ ਮਿਲਣ ਦਾ ਚਰਚਾ ਸਿਖਰ ਦੇ ਉੱਤੇ ਆ। ਦੂਸਰਾ ਸੈਕਿੰਡ ਜਿਹੜਾ ਇਹਦਾ ਕਾਰਨ ਇਹ ਆ ਕਿ ਪੰਜਾਬ ਇਲੈਕਸ਼ਨ ਦੇ ਵਰ੍ਹੇ ਦੇ ਵਿੱਚ ਦਾਖਲ ਹੋ ਗਿਆ। ਇਹਦੇ ਉੱਤੇ ਜਿਸ ਕਿਸਮ ਦੇ ਸਿਆਸੀ ਬਿਆਨਬਾਜ਼ੀ 2016 ਦੇ ਵਿੱਚ ਮਿਲਦੀ ਸੀ, ਉਹੋ ਜਿਹੀ ਸਿਆਸੀ ਬਿਆਨਬਾਜ਼ੀ ਮੌਜੂਦਾ ਸਮੇਂ ਦੇ ਵਿੱਚ ਵੀ ਮਿਲਣ ਲੱਗੀ ਆ। ਹਾਲਾਂਕਿ ਫਰਕ ਇੰਨਾ ਆ ਕਿ ਜਿਹੜੀ ਇਨਸਾਫ ਦੀ ਗੱਲ ਕਾਂਗਰਸ ਕਹਿੰਦੀ ਸੀ 16 ਦੇ ਵਿੱਚ, ਉਹ ਸੱਤਾ ਦੇ ਵਿੱਚ ਆ ਕੇ 4.5 ਸਾਲ ਦਾ ਸਮਾਂ ਲਗਾ ਕੇ ਅੱਜ ਜੇ ਉਹ ਲੜ ਰਹੀ ਹੈ ਇਸ ਗੱਲ ਦੇ ਵਾਸਤੇ, ਉਹਦੇ ਅੰਦਰ ਜਿਹੜੇ ਕੁਝ ਮੰਤਰੀ ਨੇ, ਕੁਝ ਵਿਧਾਇਕ ਨੇ, ਉਹਨਾਂ ਨੂੰ ਵੀ ਪਤਾ ਕਿ ਸਵਾਲ ਇਹ ਵੱਡੇ ਨੇ, ਕਿਉਂਕਿ ਇਸ ਅਹਿਮ ਬੇਹੱਦ ਸੈਂਸਿਟਿਵ ਇਸ਼ੂ ਦੇ ਉੱਤੇ 16 ਦੇ ਵਿੱਚ ਚੋਣਾਂ ਲੜੀਆਂ ਗਈਆਂ ਸੀ। 2 ਇਸ਼ੂ ਅਹਿਮ ਸਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਚਿੱਟੇ ਵਾਲਾ ਮਸਲਾ। ਚਿੱਟੇ ਵਾਲੇ ਮਸਲੇ ਦੇ ਉੱਤੇ ਕੀ ਕੁਝ ਬਣ ਰਿਹਾ ਸਭ ਨੂੰ ਪਤਾ। ਜਗਰਾਉਂ ਦੇ ਵਿੱਚ ਪਿਛਲੇ ਦਿਨੀ ਕਤਲ ਕੀਤੇ ਗਏ 2 ਪੁਲਿਸ ਆਫੀਸਰ, ਮਤਲਬ ਕਿ ਸਮਗਲਰਾਂ ਦਾ ਇੰਨਾ ਮੂੰਹ ਪੈ ਗਿਆ ਹੋਇਆ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਪਿੰਡ ਪੈਂਦਾ ਚੌਕੇ, ਉੱਥੇ ਕਬੱਡੀ ਖਿਡਾਰੀ, ਜਿਹਦੇ ਵਿੱਚ ਕਬੱਡੀ ਕੋਚ ਸ਼ਾਮਲ ਹੈ, ਤੇ ਪਿੰਡ ਦੇ ਕੁਝ ਨੌਜਵਾਨ ਉਹਨਾਂ ਦੇ ਨਾਲ ਜਿਹੜਾ ਚਿੱਟੇ ਦਾ ਵਿਰੋਧ ਕਰਦੇ ਆ, ਉਹਨਾਂ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਇਹਨਾਂ ਸਮਗਲਰਾਂ ਨੇ। ਅਜੇ ਤੱਕ ਉਹਦੀ ਗ੍ਰਿਫਤਾਰੀ ਨਾ ਹੋਣੀ। ਇਟ ਮੀਨਸ ਕਿ ਦਾਅਵੇ ਤਾਂ ਇਹ ਕੀਤੇ ਜਾ ਰਹੇ ਆ ਕਿ ਅਸੀਂ ਚਿੱਟੇ ਦਾ ਲੱਕ ਤੋੜ ਦਿੱਤਾ। ਲੱਕ ਉਹ ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਦਾ ਤੋੜ ਰਹੇ ਆ ਸਮਗਲਰ। ਉਹ ਮਾਮਲਾ ਕਿੱਥੇ ਖੜਾ, ਉਹਦੀ ਆਪਾਂ ਫੇਰ ਗੱਲ ਵਿਸਥਾਰ ਦੇ ਵਿੱਚ ਕਰਾਂਗੇ, ਹੋਪਫੁਲੀ ਅਗਲੇ ਪ੍ਰੋਗਰਾਮ, ਜਾਂ ਇਹ ਚੱਲਦੀਆਂ ਰਹਿਣਗੀਆਂ ਗੱਲਾਂ। ਜਿਹੜਾ ਸਭ ਤੋਂ ਅਹਿਮ ਪੱਖ ਹੈ ਉਹਦੇ ਉੱਤੇ ਆਪਾਂ ਅੱਜ ਗੱਲ ਜਿਹੜੀ ਕਰਨੀ ਹੈ, ਉਹ ਇਸ ਕਰਕੇ ਵੀ ਕਰਨੀ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਨੇ ਜਿਹੜੀ SIT ਬਣੀ ਸੀ ਕੋਟਕਪੂਰਾ ਗੋਲੀकांड ਦੇ ਮਾਮਲੇ 'ਚ, ਬਹਿਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਦੇ ਮਾਮਲੇ 'ਚ, ਉਹਦਾ ਜਦੋਂ ਚਲਾਨ ਰੱਦ ਕਰ ਦਿੱਤਾ, ਤੇ ਉਸ ਤੋਂ ਬਾਅਦ ਇਹ ਗੱਲ ਲਗਭਗ ਸਪਸ਼ਟ ਹੋਣ ਲੱਗੀ ਕਿ ਸ਼ਾਇਦ ਹੁਣ ਇਸ ਮਾਮਲੇ ਦੇ ਉੱਤੇ ਕੋਈ ਇਨਸਾਫ ਨਾ ਮਿਲੇ। ਹੁਣ 3 ਸਿੱਟ ਇਹਦੇ ਉੱਤੇ ਕੰਮ ਕਰ ਰਹੀਆਂ ਨੇ, 3 SIT ਨੇ। ਜਿਹੜੀ ਸਭ ਤੋਂ ਪਹਿਲਾਂ ਬਣੀ SIT ਸੀ ਬੇਅਦਬੀ ਘਟਨਾਵਾਂ ਦੀ ਜਾਂਚ ਕਰਨ ਦੇ ਵਾਸਤੇ, ਉਹ ਰਣਬੀਰ ਸਿੰਘ ਖਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਸੀ, ਜਿਹੜੇ ਕਿ ਹੁਣ ਪੁਲਿਸ ਫੋਰਸ ਦੇ ਵਿੱਚੋਂ ਰਿਟਾਇਰ ਵੀ ਹੋ ਗਏ ਆ। ਉਂਝ ਵੈਸੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ, ਉਹਨੇ ਜਿਹੜੇ ਖਟੜਾ ਸਾਹਿਬ ਵਾਲੀ SIT ਸੀ ਉਦੋਂ ਭੰਗ ਕਰਕੇ ਇਹ ਕਿਹਾ ਸੀਗਾ ਕਿ ਨਵੀਂ SIT ਬਣਾਓ। ਹੁਣ ਇਹ ਜਿਹੜੀ SIT ਆ ਜਿਹੜੀ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਆ, ਉਹ ਪਰਿਵਾਰ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਇਹਨਾਂ ਘਟਨਾਵਾਂ ਦੀ ਜਾਂਚ ਕਰ ਰਹੀ ਆ। ਸੈਕਿੰਡ ਜਿਹੜੀ SIT ਆ ਉਹ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਆ, ਤੇ ਤੀਜੀ SIT ਇੱਕ ਹੋਰ ਬਣਾਈ ਗਈ ਆ, ਉਹ ਬਹਿਬਲ ਕਲਾਂ ਗੋਲੀकांड ਦੀ ਜਾਂਚ ਕਰ ਰਹੀ ਆ। ਹੁਣ 3 SIT ਜਿਹੜੀਆਂ ਨੇ ਉਹ ਕੀ ਅਗਲੇ ਕੁਝ ਮਹੀਨਿਆਂ ਦੇ ਵਿੱਚ ਇਨਸਾਫ ਦਵਾ ਦੇਣਗੀਆਂ? ਇਹ ਸਭ ਤੋਂ ਵੱਡੇ ਸਵਾਲ ਨੇ। ਇਨਸਾਫ ਨੂੰ ਕਈ ਐਂਗਲ ਤੋਂ ਜਿਹੜਾ ਉਹ ਦੇਖਿਆ ਜਾ ਸਕਦਾ। ਜਿਹੜੀ SIT ਪਰਮਾਰ ਸਾਹਿਬ ਵਾਲੀ ਹੈ, ਜਿਹੜੀ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਇੱਕ ਅੰਗਰੇਜ਼ੀ ਦੀ ਪ੍ਰਸਿੱਧ ਅਖਬਾਰ ਨੇ ਇੱਕ ਨੋਟ ਜਿਹੜਾ ਉਹ ਛਾਪਿਆ, ਜਿਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਵਿਅਕਤੀ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ SIT ਦੇ ਵੱਲੋਂ, ਉਹਦੇ ਵਿੱਚ ਇੱਕ ਬੰਦੇ ਨੂੰ ਛੱਡ ਕੇ ਜਿਹੜੇ ਸੁਖਜਿੰਦਰ ਸਿੰਘ ਉਰਫ ਸਨੀ ਕਾਂਡਾ ਹੈ, ਸ਼ਕਤੀ ਸਿੰਘ ਹੈ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਪ੍ਰਦੀਪ ਸਿੰਘ, ਰਾਜੂ ਢੌੜੀ, ਰਣਦੀਪ, ਜਿਹੜਾ ਨੀਲਾ, ਉਹ ਇਹਦੇ ਵਿੱਚ ਸ਼ਾਮਲ ਨੇ। ਨੀਲੇ ਨੂੰ ਛੱਡ ਕੇ ਬਾਕੀ ਜਿਹੜੇ ਨੇ, ਉਹਨਾਂ ਇਹ ਕਿਹਾ ਗਿਆ ਕਿ ਜਿਹੜਾ ਪਿਛਲਾ ਮਹੀਨਾ ਬੀਤਿਆ 16 ਮਈ ਨੂੰ SIT ਨੇ ਇੱਕ ਵਿਸ਼ੇਸ਼ ਜਿਹੜਾ ਸੀਗਾ ਉਹ ਮੁਹਿੰਮ ਸਰਜੀਕਲ ਸਟ੍ਰਾਈਕ ਇਹਨੂੰ ਨਾਮ ਦਿੱਤਾ ਗਿਆ, ਉਹਦੇ ਤਹਿਤ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹ ਕੋਈ ਪਹਿਲੀ ਵਾਰੀ ਗ੍ਰਿਫਤਾਰ ਨਹੀਂ ਹੋਏ, ਇਹ ਪਹਿਲਾਂ ਵੀ ਗ੍ਰਿਫਤਾਰ ਕੀਤੇ ਗਏ ਸੀ।
ਇਹ ਜਿਹੜਾ ਖੁਲਾਸਾ ਇਸ ਐਸਆਈਟੀ ਨੇ ਜਾਂ ਅਜੇ ਆਫੀਸ਼ੀਅਲੀ ਕਰਨਾ ਜੋ ਕੁਝ ਮਿਲਿਆ, ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਅਕਸਰ ਜਿਹੜੀਆਂ ਨੇ ਉਹ ਕਢਵਾਈਆਂ ਜਾਂਦੀਆਂ ਨੇ ਮੀਡੀਆ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਨਹੀਂ ਕੰਮ ਹੋ ਰਿਹਾ, ਕਿਉਂਕਿ ਮੌਜੂਦਾ ਸਰਕਾਰ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਵਿੱਚ ਆਪਣੇ ਹੀ ਮੰਤਰੀਆਂ ਆਪਣੇ ਵਿਧਾਇਕਾਂ ਦੇ ਪੈ ਰਹੇ ਭਾਰੀ ਦਬਾਅ ਦੇ ਵਿੱਚ ਘਿਰੇ ਹੋਏ ਆ, ਜਿਹਦੇ ਕਰਕੇ ਇਹ ਕੱਢੀ ਗਈ ਆ ਬਾਹਰ ਜਿਹੜੀ ਗੱਲ ਕਿ ਜੀ ਅਸੀਂ ਗ੍ਰਿਫਤਾਰ ਕਰ ਲਏ ਨੇ। ਇਹਨਾਂ ਨੇ ਆਪਣੇ ਜਿਹੜੇ ਗੁਰੂ ਇਹਨਾਂ ਦਾ ਪਿਤਾ ਜੀ ਕਹਿੰਦੇ ਆ ਉਹਦੇ ਬੇਇੱਜ਼ਤੀ ਦਾ ਬਦਲਾ ਲੈਣ ਦੇ ਵਾਸਤੇ ਇਹਨਾਂ ਨੇ ਇਹ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ। ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਹੋਰੀ ਜਿਹੜੇ ਨੇ ਉਹਨਾਂ ਦੇ ਵਾਸਤੇ ਇਹ ਕਿਹਾ ਜਾ ਰਿਹਾ ਕਿ ਉਹ ਇੱਥੇ ਦੀਵਾਨ ਲਾਉਂਦੇ ਸਨ ਇਸ ਏਰੀਏ ਦੇ ਵਿੱਚ, ਤੇ ਉੱਥੇ ਜਿਹੜੇ ਡੇਰਾ ਪ੍ਰੇਮੀ ਨੇ ਉਹ ਲੋਕਟ ਲਾ ਕੇ ਸੁੱਟ ਦਿੰਦੇ ਸੀ, ਜਿੱਥੋਂ ਡੇਰਾ ਪ੍ਰੇਮੀਆਂ ਨੂੰ ਲੱਗਿਆ ਕਿ ਇਹ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਆ, ਇਹ ਲੋਕਟ ਜਿਹੜੇ ਆ ਉਹ ਡੇਰਾ ਮੁਖੀ ਵੱਲੋਂ ਦਿੱਤੇ ਜਾਂਦੇ ਆ, ਇਹ ਉਹਦੀ ਬੇਇੱਜ਼ਤੀ ਹੋ ਰਹੀ ਹੈ, ਇਸ ਕਰਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਚੋਰੀ ਕਰ ਲਿਆ ਤੇ ਉਹ ਚੋਰੀ ਕਰਕੇ ਫਿਰ ਉਹਦੇ ਅੰਗ ਜਿਹੜੇ ਸੀ ਉਹ ਖੰਡਾਏ ਬਹੁਤ ਸਾਰੇ ਥਾਵਾਂ ਦੇ ਉੱਤੇ। ਇਹ ਕਹਾਣੀ ਜਿਹੜੀ ਆ ਜਿਹੜੀ ਇਹ ਨਵੀਂ ਸਾਹਮਣੇ ਆ ਰਹੀ ਆ, ਇਹ ਕੋਈ ਕਹਾਣੀ ਨਵੀਂ ਨਹੀਂ ਗੀ ਕਿ ਮੌਜੂਦਾ ਜਿਹੜੀ ਐਸਆਈਟੀ ਆ ਉਹਨੇ ਇਹ ਸਾਹਮਣੇ ਲੈਣ ਦੀ, ਇਹ ਪੁਰਾਣੀ ਕਹਾਣੀ ਆ। ਇਹ ਤਾਂ ਖੱਟੜਾ ਸਾਹਿਬ ਵੇਲੇ ਵੀ ਜਿਹੜੀ ਸਾਹਮਣੇ ਆਈ ਸੀ। ਰਣਬੀਰ ਸਿੰਘ ਖੱਟੜਾ ਹੋਰੀ ਇੱਕ ਹੋਰ ਐਸਆਈਟੀ ਦੀ ਵੀ ਅਗਵਾਈ ਕਰ ਰਹੇ ਸੀਗੇ, ਮੌੜ ਬੰਬ ਧਮਾਕੇ ਦੀ। ਬੇਸ਼ੱਕ ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਨਾਲ, ਪਰ ਇੱਕ ਚੀਜ਼ ਉਹਦੇ ਵਿੱਚ ਵੀ ਸਾਂਝੀ ਹੈ। ਜਿਹੜੇ ਉਸ ਐਸਆਈਟੀ ਨੇ ਜਿਹੜੇ ਲੋਕ ਨਾਮਜ਼ਦ ਕੀਤੇ ਸੀ, ਜਿਨ੍ਹਾਂ ਨੇ ਕਾਰ ਖਰੀਦ ਕੇ ਲਿਆਂਦੀ, ਫਿਰ ਉਸ ਕਾਰ ਨੂੰ ਮੋਡੀਫਾਈ ਕੀਤਾ ਗਿਆ, ਡੇਰਾ ਸਰਸਾ ਦੇ ਅੰਦਰ ਇੱਕ ਕੁੱਕਰ ਖਰੀਦਿਆ ਗਿਆ, ਕੁੱਕਰ ਬੰਬ ਉਹਦੇ ਬਣਾਇਆ ਗਿਆ ਸੀ, ਔਰ ਇਹ ਕਿਹਾ ਜਾਂਦਾ ਕਿ ਇੱਕ ਕੋਈ ਸਮਾਨ ਸੀਗਾ ਜਾਂ ਤਾਂ ਕੁੱਕਰ ਸੀਗਾ ਜਾਂ ਬੈਟਰੀ ਸੀ ਜਿਹੜੀ ਕਿ ਡੈਬਿਟ ਕਾਰਡ ਦੇ ਉੱਤੇ ਖਰੀਦ ਲਈ, ਜਿੱਥੋਂ ਇਹ ਲੀਡ ਮਿਲੀ ਸੀ। ਉਹ ਜਿਹੜੇ ਵਿਅਕਤੀ ਸੀ ਉਹਨਾਂ ਦਾ ਪਿੱਛਾ ਐਸਆਈਟੀ ਦੇ ਅਫਸਰਾਂ ਨੇ ਕੀਤਾ, ਉਹਨਾਂ ਦੀਆਂ ਪੈੜਾਂ ਨੱਪੀਆਂ ਫੋਨ ਦੇ ਰਾਹੀਂ, ਜਿਵੇਂ ਵੀ ਨੱਪੀਆਂ, ਨੱਪਦੇ ਨੱਪਦੇ ਉਹ ਡੇਰਾ ਸਰਸਾ ਦੇ ਬਾਹਰ ਚਲੇ ਗਏ, ਵੀ ਉੱਥੇ ਉਹ ਅੰਦਰ ਐਂਟਰ ਕਰ ਗਏ। ਉਸ ਤੋਂ ਬਾਅਦ ਐਸਆਈਟੀ ਐਂਟਰ ਨਹੀਂ ਅੰਦਰ ਕਰ ਸਕੀ, ਉਹ ਕਹਾਣੀ ਉੱਥੇ ਰਹਿ ਗਈ। ਅੱਜ ਉਹ ਕਹਾਣੀ ਵੀ ਲੋਕਾਂ ਨੂੰ ਭੁੱਲ ਗਈ। ਜੇ ਨਹੀਂ ਭੁੱਲੀ ਹੋਊਗੀ ਤਾਂ ਉਹ ਮੌੜ ਦੇ ਵਿੱਚ ਮਾਰੇ ਗਏ ਬੇਕਸੂਰ ਲੋਕ ਉਸ ਬੰਬ ਧਮਾਕੇ ਦੇ ਵਿੱਚ ਜਿਹੜਾ ਚੋਣਾਂ ਤੋਂ ਐਨ ਪਹਿਲਾਂ ਚੱਲਿਆ, ਤੇ ਬੱਚੇ ਮਾਸੂਮ, ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਭੁੱਲੀ ਹੋਊਗੀ, ਨਾ ਉਹ ਭੁੱਲ ਸਕਦੇ ਆ ਉਹ ਦਿਨ ਨੂੰ, ਉਹ ਕਦੀ ਵੀ ਨਹੀਂ ਭੁੱਲ ਸਕਦੇ ਉਸ ਬੰਬ ਧਮਾਕੇ ਨੂੰ। ਉਹ ਵੀ ਮਾਮਲਾ ਬਿਲਕੁਲ ਠੱਪ ਹੋਇਆ ਪਿਆ, ਉਸ ਮਾਮਲੇ 'ਚ ਕੁਝ ਨਹੀਂ ਹੋ ਰਿਹਾ। ਜੇ ਮਾਮਲੇ ਠੱਪ ਹੋਣ ਦੀ ਗੱਲ ਕਰਨੀ ਹੋਵੇ ਤਾਂ ਮਾਮਲੇ ਤਾਂ ਚਿੱਟੇ ਵਾਲੇ ਸਾਰੇ ਠੱਪ ਨੇ। ਜਿਹੜੀਆਂ 3 ਰਿਪੋਰਟਾਂ ਪਈਆਂ ਨੇ ਹਾਈ ਕੋਰਟ ਦੇ ਵਿੱਚ, ਬਾਰ-ਬਾਰ ਉਹਦਾ ਜ਼ਿਕਰ ਹੁੰਦਾ, ਉਹ ਕੋਈ ਲਿਫਾਫੇ ਨਹੀਂ ਉਹਦੇ ਖੁਲਵਾ ਰਿਹਾ। ਕਿਉਂ ਕੀ ਨੇ ਰਿਪੋਰਟਾਂ? ਆਫਟਰ ਆਲ ਇਹ ਤਾਂ ਪਤਾ ਲੱਗੇ ਨਾ ਕੌਣ ਹੈ। ਐਵੇਂ ਤੁਸੀਂ ਕਿਸੇ ਦੇ ਉੱਤੇ ਇਲਜ਼ਾਮ ਨਹੀਂ ਲਾ ਸਕਦੇ ਫਲਾਂ ਬੰਦਾ ਸ਼ਾਮਲ ਆ ਜੀ, ਫਲਾਂ ਬੰਦਾ ਜੀ, ਫਲਾਂ ਵਪਾਰੀ ਆ ਚਿੱਟੇ ਦਾ। ਉਹ ਜਿੰਨੀ ਦੇਰ ਤੱਕ ਤੁਸੀਂ ਨਹੀਂ, ਉਹ ਤੁਹਾਡੇ ਸਾਹਮਣੇ ਰਿਪੋਰਟ ਨਹੀਂ ਆਉਂਦੀ, ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ, ਉਨੀ ਦੇਰ ਤੱਕ ਤਾਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਹ ਵੀ ਮਾਮਲਾ ਜਿਹੜਾ ਉੱਥੇ ਹੀ ਠੱਪਿਆ ਪਿਆ। ਅੱਛਾ, ਫਿਰ ਆਪਾਂ ਉਸ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਆਈਏ। ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਜਿਹੜੀ ਐਸਆਈਟੀ ਆ, ਉਹਨੇ ਮਹਿੰਦਰਪਾਲ ਬਿੱਟੂ ਦੀ ਗੱਲ ਕਹੀ ਹੈ। ਇਹ ਕਿਹਾ ਕਿ ਮਹਿੰਦਰਪਾਲ ਬਿੱਟੂ ਨੇ ਇਹ ਸਾਰਾ ਕੁਝ ਜਿਹੜਾ ਸੀ ਉਹ ਕੀਤਾ ਕਰਵਾਇਆ। ਮਹਿੰਦਰਪਾਲ ਬਿੱਟੂ ਉਹ ਵਿਅਕਤੀ ਸੀਗਾ ਜਿਹਨੂੰ ਅਰੈਸਟ ਕਰ ਲਿਆ ਸੀ। ਸੀਬੀਆਈ ਨੇ ਵੀ ਉਹਦੇ ਤੋਂ ਪੁੱਛਗਿੱਛ ਕੀਤੀ ਸੀ। ਇਹ ਜਿਹੜੇ ਬੰਦੇ ਫੜੇ ਆ ਇਹਨਾਂ ਤੋਂ ਵੀ ਸੀਬੀਆਈ ਨੇ ਪੁੱਛਗਿੱਛ ਕੀਤੀ ਸੀ। ਬਾਅਦ ਦੇ ਵਿੱਚ ਸੀਬੀਆਈ ਨੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ। ਸੀਬੀਆਈ ਨੇ ਇੱਕ ਕਲੋਜ਼ਰ ਰਿਪੋਰਟ ਜਿਹੜੀ ਸੀ ਉਹ ਅਦਾਲਤ ਦੇ ਵਿੱਚ ਫਾਈਲ ਕਰਤੀ ਵੀ ਇਸ ਮਾਮਲੇ 'ਚ ਕੁਝ ਨਹੀਂ ਲੱਭਿਆ, ਕੁਝ ਨਹੀਂ ਹੈਗਾ, ਜਿਹੜਾ ਕਿ ਇੱਕ ਬਹੁਤ ਅਹਿਮ ਪੁਆਇੰਟ ਸੀਗਾ ਇਸ ਸਾਰੇ ਮਾਮਲੇ ਦੇ ਵਿੱਚ। ਮੁੜ ਕੇ ਸੀਬੀਆਈ ਨੇ ਲਿਖ ਕੇ ਅਦਾਲਤ ਨੂੰ ਇਹ ਕਹਿਤਾ ਕਿ ਨਹੀਂ ਅਸੀਂ ਤਾਂ ਇਹਦੀ ਜਾਂਚ ਕਰਨੀ ਆ, ਸਾਨੂੰ ਕੁਝ ਹੋਰ ਇਨਪੁਟ ਜਿਹੜੇ ਉਹ ਮਿਲੇ ਆ। ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਸੀਬੀਆਈ ਨੇ ਇਹ ਗੱਲ ਕਹੀ ਸੀ ਕਿ ਇਹ ਇਨਪੁਟ ਜਿਹੜੇ ਆ ਇਹ ਇੱਕ ਵਿਦੇਸ਼ੀ ਲਿੰਕ ਵੱਲ ਇਸ਼ਾਰਾ ਕਰਦੇ ਆ। ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਕੋਈ ਵਿਦੇਸ਼ੀ ਲਿੰਕ ਸੀ। ਮੈਨੂੰ ਯਾਦ ਆ ਸੀਬੀਆਈ ਨੇ ਉਦੋਂ ਇਹ ਗੱਲ ਆਖੀ ਸੀ। ਉਹ ਵਿਦੇਸ਼ੀ ਲਿੰਕ ਕੀ ਸੀ? ਜਦੋਂ ਹੁਣ ਸੀਬੀਆਈ ਨੇ ਫਾਈਲਾਂ ਦਿੱਤੀਆਂ ਨੇ, ਕੀ ਉਹਦੇ ਵਿੱਚ ਉਹਨੇ ਦੱਸਿਆ ਉਹ ਵਿਦੇਸ਼ੀ ਲਿੰਕ ਕੌਣ? ਇੱਕ ਤਕਰੀਬਨ ਮੁਲਕ ਦੇ ਉੱਤੇ ਲਾ ਦਿੱਤੇ ਜਾਂਦੇ ਨੇ ਇਲਜ਼ਾਮ। ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਇਹ ਉਦੋਂ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਬਿਆਨ ਸੀਗਾ
ਕਿ ਜੀ ਲੱਭ ਲਿਆ, ਬਸ ਇਹ ਤਾਂ ਪਤਾ ਲੱਗ ਗਿਆ, ਇਹ ਤਾਂ ਗਵਾਂਢੀ ਮੁਲਕ ਦਾ ਉਹਦੇ 'ਚ ਹੱਥ ਹੈ। ਤੇ ਜਦੋਂ ਦੋ ਜਣੇ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਭਾਰੀ ਦਬਾਅ ਦੇ ਹੇਠ ਛੱਡਣਾ ਪੈ ਗਿਆ ਸੀ, ਐਲਾਨ ਤਾਂ ਉਦੋਂ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ ਸੀਗਾ ਜੀ, ਲਓ ਜੀ ਕੰਮ ਹੋ ਗਿਆ, ਮੈਂ ਚੱਲਿਆ ਹੁਣ ਗੁਰਦੁਆਰੇ ਮੱਥਾ ਟੇਕਣ, ਕਿਉਂਕਿ ਅਸੀਂ ਵਿਅਕਤੀ ਫੜ ਲਏ ਬੇਅਦਬੀ ਵਾਲੇ, ਮੇਰੇ ਕਹਿੰਦੇ ਦਿਮਾਗ ਤੇ ਬਹੁਤ ਬੋਝ ਸੀ, ਮੇਰੇ ਮਨ ਤੇ ਬਹੁਤ ਬੋਝ ਸੀ, ਅੱਜ ਉਹ ਫੜੇ ਗਏ, ਮਸਲਾ ਹੱਲ ਹੋ ਗਿਆ, ਹੁਣ ਮੈਂ ਜਾ ਕੇ ਗੁਰਦੁਆਰੇ ਮੱਥਾ ਟੇਕੂੰਗਾ। ਉਹਨਾਂ ਨੂੰ ਬਾਅਦ ਦੇ ਵਿੱਚ ਛੱਡਣਾ ਪਿਆ ਸੀ, ਉਹਨਾਂ ਦੇ ਉੱਤੇ ਪੁਲਿਸ ਨੇ ਬਹੁਤ ਸਾਰਾ ਤਸ਼ੱਦਦ ਕੀਤਾ ਉਹਨਾਂ ਦੇ ਉੱਤੇ 3rd ਡਿਗਰੀ। ਹਾਲਾਂਕਿ ਜਿਹੜੇ ਕੁਝ ਹੈਗੇ ਨੇ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਉਹਨਾਂ ਦੇ ਟੈਸਟ ਜਿਹੜੇ ਨੇ ਉਹ ਕਰਵਾਓ, ਨਾਰਕੋ ਟੈਸਟ ਕਰਵਾਓ ਉਹਨਾਂ ਨੂੰ ਪਤਾ। ਹਾਲਾਂਕਿ ਉਹ ਇੱਕ ਕਹਾਣੀ ਹੋਰ ਹੈ ਕਿ ਜਿੱਥੇ ਜਿੱਥੇ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੀਗੇ ਉਹਨਾਂ ਨੇ ਇਕੱਤਰ ਜ਼ਰੂਰ ਕੀਤੇ ਸੀ ਜਿੱਥੇ ਉਹਨਾਂ ਦੀ ਬੇਅਦਬੀ ਹੋਈ ਸੀ, ਇਸ ਕਰਕੇ ਉਹਨਾਂ ਨੂੰ ਫਸਾਉਣ ਦੇ ਯਤਨ ਸੀ। ਇਹ ਬੜੇ ਗੰਭੀਰ ਯਤਨ ਸੀਗੇ ਕਿ ਸਿੱਖ ਜਿਸ ਗੁਰੂ ਨੂੰ ਆਪਣਾ ਸਾਰਾ ਕੁਝ ਮੰਨਦੇ ਆ ਉਹਦੇ ਬੰਦਿਆਂ ਨੂੰ ਉਹਦੇ ਵਿੱਚ ਉਲਝਾ ਦਿਓ। ਇਹ ਉਦੋਂ ਸਾਜ਼ਿਸ਼ ਸੀ, ਨਹੀਂ ਸਿਰੇ ਚੜੀ। ਫਿਰ ਉੱਥੇ ਆਈਏ SIT ਵਾਲੀ ਗੱਲ ਦੇ ਉੱਤੇ। ਸਵਾਲ ਇਹ ਹੈ ਕਿ ਜਿਹੜੀ SIT ਦਾ ਇਹ ਲੀਕ ਕੁਝ ਹੋਇਆ, ਜਿਹੜੀ ਇੱਕ ਅੱਜ ਦੀ ਅਖਬਾਰ ਦੇ ਵਿੱਚ ਲੱਗਿਆ, ਕਿ ਉਹਦੇ ਉੱਤੇ ਜਿਹੜੇ ਲੋਕ ਨੇ ਦੁਨੀਆ ਭਰ ਦੇ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਇਨਸਾਫ ਪਸੰਦ ਲੋਕ, ਉਹ ਇਸ ਗੱਲ ਦੇ ਉੱਤੇ ਮੰਨ ਜਾਣਗੇ ਹਾਂ ਠੀਕ ਹੈ, ਇਹ ਗੱਲ ਬਿਲਕੁਲ ਮੰਨੀ ਜਾ ਸਕਦੀ ਆ, ਕਿਉਂਕਿ ਬਾਰ-ਬਾਰ ਇਹਨਾਂ ਲੋਕਾਂ ਦੀ ਅਰੈਸਟ ਹੋਈ ਹੈ, ਬਾਰ-ਬਾਰ ਇਹਨਾਂ ਲੋਕਾਂ ਦੇ ਨਾਮ ਆਇਆ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ ਉਹ ਚੋਰੀ ਕੀਤੀ ਬੁਰਜ ਜਵਾਹਰ ਸਿੰਘ ਵਾਲਾ ਤੋਂ। ਇਹਨਾਂ ਨੇ ਅੱਗੇ ਉਹ ਜਿਹੜੇ ਅੰਗ ਸੀ ਉਹਦੇ ਪਾੜ ਕੇ ਫਿਰ ਅੱਗੇ ਵੀ ਆਪਣੇ ਸਾਥੀਆਂ ਦੇ ਵਿੱਚ ਵੰਡੇ ਤੇ ਥਾਂ-ਥਾਂ ਦੇ ਉੱਤੇ ਇਹਨਾਂ ਨੇ ਉਦੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਪੰਜਾਬ ਦੇ ਵਿੱਚ ਬਹੁਤ ਕੁਝ ਹੁੰਦਾ ਰਿਹਾ, ਪੰਜਾਬ ਬਹੁਤ ਸਾਰੇ ਮਾੜੇ ਚੰਗੇ ਸਮਿਆਂ ਦੇ ਵਿੱਚੋਂ ਲੰਘਦਾ ਰਿਹਾ। ਇੱਕ ਸਮਾਂ ਸੀਗਾ ਜਦੋਂ ਇੱਥੇ ਧਾਰਮਿਕ ਸਥਾਨਾਂ ਦੇ ਉੱਤੇ ਕਿਤੇ ਗਾਂ ਦੀ ਪੂਛ ਕੋਈ ਸੁੱਟ ਗਿਆ, ਕੋਈ ਜਿਹੜੀ ਉਹਦੇ ਖੁਰ ਨੇ ਉਹ ਸੁੱਟ ਗਿਆ, ਇਦਾਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਨਹੀਂ ਹੋਈ। ਇੰਨੀ ਕਿਸੇ ਦੀ ਜੁਰਤ ਨਹੀਂ ਹੈਗੀ ਕਿ ਲਾਕਟ ਜਿਹੜੇ ਨੇ ਉਹ ਲਾਕਟ ਲਾ ਕੇ ਸੁੱਟ ਦਿੱਤੇ ਤੇ ਉਹਦੇ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਣ, ਜੁਰਤ ਭਰੀ ਚਿੱਠੀ ਭੱਦੀ ਭਾਸ਼ਾ ਵਾਲੀ ਲਾ ਦੇਣ, 1 ਜੂਨ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੁਕੋ ਕੇ ਰੱਖ ਛੱਡਣ, ਪੁਲਿਸ ਉਹਦੇ ਤੇ ਕੋਈ ਕਾਰਵਾਈ ਨਾ ਕਰੇ, ਸਰਕਾਰ ਉਹਦੇ ਉੱਤੇ ਕੋਈ ਕਾਰਵਾਈ ਨਾ ਕਰੇ, ਤੇ ਉਹ ਅਕਤੂਬਰ ਦੇ ਵਿੱਚ ਥਾਂ-ਥਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਖੰਡਾ ਦੇਣ। ਇਹਦੇ ਪਿੱਛੇ ਕਹਾਣੀ ਜਿਹੜੀ ਆ ਕੋਈ ਨਾ ਕੋਈ ਬਹੁਤ ਵੱਡੀ ਆ। ਬਸ ਉਹੀ ਕਹਾਣੀ ਜਿਹੜੀ ਆ ਉਹ ਲੋਕ ਜਾਣਨਾ ਚਾਹੁੰਦੇ ਆ, ਇਨਸਾਫ ਪਸੰਦ ਲੋਕ ਜਾਣਨਾ ਚਾਹੁੰਦੇ ਕਿ ਉਹਦੇ ਪਿੱਛੇ ਕਹਾਣੀ ਕੀ ਆ। ਹੁਣ ਜਿਹੜੇ ਉਦੋਂ ਦੀ ਸਰਕਾਰ ਵਾਲੇ ਆ ਉਹ ਬੜਾ ਹੁੱਬ ਕੇ ਜਿਹੜੀ ਇਹ ਗੱਲ ਕਹਿੰਦੇ ਆ ਕਿ ਜੀ ਇੱਥੇ ਘਟਨਾਵਾਂ ਵਾਪਰੀਆਂ ਨੇ। ਇਹ ਚਲੋ ਜਿਹੜੀ ਕੋਟਕਪੂਰਾ ਗੋਲੀ ਕਾਂਡ ਆ ਉਹ ਕਿਹਨੇ ਖੁਲਵਾਇਆ, ਉਹ 2nd SIT ਉਹਦੀ ਜਾਂਚ ਕਰ ਰਹੀ ਹੈ ਕਿ DGP ਹੋਰਾਂ ਦੇ ਨਾਲ ਜਿਹੜੀ ਗੱਲ ਹੁੰਦੀ ਰਹੀ, ਗ੍ਰਹਿ ਮੰਤਰੀ ਨੇ ਕੀ ਹੁਕਮ ਦਿੱਤੇ ਕਿ ਗੋਲੀ ਚਲਾਓ, ਜਿਵੇਂ ਮਰਜ਼ੀ ਬੰਦੇ ਉਠਾ ਦਿਓ, ਜਾਂ ਜਿਹੜੀ ਇੱਕ ਗੱਲ ਬੜੀ ਚਰਚਾ ਦੇ ਵਿੱਚ ਰਹੀ, ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਆਈ, ਮੈਂ 15 ਮਿੰਟਾਂ 'ਚ ਸਿਟੀ ਖਾਲੀ ਕਰਾ ਦੂੰਗਾ ਪਰ ਚੱਲਣਗੇ ਮੇਰੇ ਅਫਸਰ। ਚਲੋ ਉਹਨੂੰ ਜੇ ਤੁਸੀਂ ਸੈਕੰਡਰੀ ਜਿਹੜਾ ਉਹ ਕਰ ਦਿਓ, ਉਹ ਦੂਸਰਾ ਕਰ ਦਿਓ। ਇਹ ਜਿਹੜੀਆਂ ਘਟਨਾਵਾਂ ਨੇ ਕੀ ਸਿਰਫ ਲੌਕਟ ਦੇ ਨਾਲ ਜੋੜਿਆ ਜਾ ਸਕਦਾ? ਸ਼ਾਇਦ ਨਹੀਂ। ਇਹਦੇ 'ਚ ਜਿਹੜਾ ਗੁਰਮੁਖ ਸਿੰਘ ਹੋਰਾਂ ਦਾ ਬਿਆਨ ਹੈ, ਜਿਹੜੇ ਸਾਬਕਾ ਜਥੇਦਾਰ ਨੇ, ਉਹ ਬਾਅਦ ਦੇ ਵਿੱਚ ਹਾਲਾਂਕਿ ਕਿਨਾਰਾ ਕਰ ਗਏ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀਆਂ ਦੇ ਉੱਤੇ ਨੇ, ਸ਼ਾਇਦ ਉਹਨਾਂ ਦਾ ਦਬਾਅ ਪੈ ਗਿਆ, ਕੁਛ ਇਸ ਤਰ੍ਹਾਂ ਦਾ ਜਿਹੜਾ ਸੀ ਉਹ ਹੋਇਆ। ਪਰ ਉਹਨਾਂ ਦੀਆਂ ਉਹ ਵੀਡੀਓ ਦੇ ਵਿੱਚ ਕੀਤੇ ਗਏ ਖੁਲਾਸੇ ਤਾਂ ਅੱਜ ਵੀ ਪਏ ਨੇ ਜਿਉਂ ਦੇ ਤਿਉਂ। ਸਵਾਲ ਅੱਜ ਵੀ, ਚਲੋ ਤੁਸੀਂ ਇਹਦੇ ਨਾਲ ਨਾ ਜੋੜੋ, ਬੇਅਦਬੀ ਵਾਲੀਆਂ ਘਟਨਾਵਾਂ ਦੇ ਨਾਲ ਨਾ ਜੋੜੋ, ਸਪੋਜ਼ ਇੱਕ ਤੁਸੀਂ ਇਹ ਮੰਨ ਕੇ ਚੱਲੋ ਕਿ ਇਹਦੇ ਨਾਲ ਤੁਸੀਂ ਨਹੀਂ ਜੋੜਨੀਆਂ, ਉਹਨੂੰ ਬਿਨਾਂ ਮੰਗੇ ਮਾਫੀ ਕਿਉਂ ਦਿੱਤੀ ਗਈ ਡੇਰਾ ਮੁਖੀ ਨੂੰ, ਸਰਸੀ ਵਾਲੇ ਨੂੰ? ਇਹ ਵੱਡਾ ਸਵਾਲ ਹੈ। ਫਿਰ ਉਸ ਮਾਫੀ ਨੂੰ ਜਸਟੀਫਾਈ ਕਰਨ ਦੇ ਵਾਸਤੇ 90 ਲੱਖ 92 ਲੱਖ 96 ਲੱਖ ਜਿੰਨਾ ਵੀ ਕਿਹਾ ਜਾਂਦਾ, 90+ ਹੈ, ਉਹ ਇੰਨਾ ਰੁਪਈਆ ਅਖਬਾਰਾਂ ਦੇ ਇਸ਼ਤਿਹਾਰਾਂ ਦੇ ਉੱਤੇ ਕਿਉਂ ਖਰਚ ਕੀਤਾ ਗਿਆ? ਲੋੜ ਤਾਂ ਜ਼ਿਆਦਾ ਸਰਸੀ ਵਾਲੇ ਨੂੰ ਸੀ। ਈਵਨ ਇਹਦੇ ਵਿੱਚ ਇੱਕ ਕਹਾਣੀ ਹੋਰ ਆਉਂਦੀ ਹੈ, ਜਿਹੜੇ ਐਂਗਲ ਦੇ ਉੱਤੇ ਨਾ ਕੰਮ ਹੋਇਆ ਨਾ ਲੱਗਦਾ ਕਿ ਉਹ ਹੋਊਗਾ। ਜਿਸ ਅਖਬਾਰ ਦੇ ਵਿੱਚ ਇਸ਼ਤਿਹਾਰ ਲੱਗਿਆ ਜਲੰਧਰ ਤੋਂ ਛਪਣ ਵਾਲੀ, ਇਨਵੈਸਟੀਗੇਸ਼ਨ ਦੇ ਵਿੱਚ ਤਾਂ ਉਹ ਵੀ ਆਉਣੇ ਚਾਹੀਦੇ ਨੇ ਕਿ ਉਹਨਾਂ ਨੂੰ ਇਸ਼ਤਿਹਾਰ ਉਹ ਕਿਹਨੇ ਦਿੱਤਾ,
ਉਹਦੀ ਪੇਮੈਂਟ ਉਸ ਇਸ਼ਤਿਹਾਰ ਦੀ ਕਿਹਨੇ ਕੀਤੀ? ਕਹਾਣੀ ਉੱਥੋਂ ਤੁਰਦੀ ਹੈ। ਜਿਹੜਾ ਉਹ ਸਵਾਂਗ ਰਚਦਾ, ਜਿਹੜਾ ਉਹ ਜਾਮੇ ਇਨਸਾ ਪਿਆਉਂਦਾ, ਉਹ ਇਸ਼ਤਿਹਾਰ ਦੀ ਪੇਮੈਂਟ ਕਿੱਥੋਂ ਹੋਈ? ਕਿੰਨੀ ਪੇਮੈਂਟ ਹੋਈ? ਉਹ ਇੱਕੋ ਅਖਬਾਰ ਨੇ ਕਿਉਂ ਲਾਈ? ਇੱਕੋ ਅਖਬਾਰ ਨੇ ਕਿਉਂ ਇਸ਼ਤਿਹਾਰ ਲਾਇਆ? ਜਿਹੜਾ ਕਿ ਅੱਜ ਵੀ ਦਾਅਵਾ ਕਰਦਾ ਕਿ ਉਹ ਪੰਥਕ ਅਖਬਾਰ ਹੈ, ਉਹਦੇ ਵਿੱਚ ਹੀ ਕਿਉਂ ਲੱਗਿਆ? ਇਹ ਵੀ ਤਾਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ। ਫਿਰ 90 ਲੱਖ ਦੇ 92 96 ਜਿੰਨੇ ਵੀ ਆ, ਉਹਨੇ ਦੇ ਇਸ਼ਤਿਹਾਰ ਕਿਉਂ ਦਿੱਤੇ ਗਏ? ਇੱਕ ਚਰਚਾ ਹੋਰ ਚੱਲਿਆ ਸੀ ਵੀ ਜਿਹੜੀ ਚਿੱਠੀ ਚੱਲੀ ਸੀ, ਉਹ ਚਿੱਠੀ ਹੋਰ ਭਾਸ਼ਾ ਦੇ ਵਿੱਚ ਸੀ, ਚੰਡੀਗੜ੍ਹੋਂ ਲਿਖੀ। ਅੰਮ੍ਰਿਤਸਰ ਪਹੁੰਚਦੀ ਰਾਹ ਦੇ ਵਿੱਚ ਇੱਕ ਪੜਾਅ ਦੇ ਵਿੱਚ ਉਹ ਚਿੱਠੀ ਬਦਲੀ ਗਈ, ਉਹ ਦੂਜੀ ਭਾਸ਼ਾ 'ਚ ਕੀਤੀ ਗਈ। ਗਿਆਨੀ ਗੁਰਬਚਨ ਸਿੰਘ ਹੋਰੀ ਇਸ ਵੇਲੇ ਬਜ਼ੁਰਗ ਨੇ, ਸਾਬਕਾ ਜਥੇਦਾਰ ਨੇ, ਉਹਨਾਂ ਤੱਕ ਕਿਸੇ ਤਰੀਕੇ ਨਾਲ ਮੈਸੇਜ ਪਹੁੰਚੇ ਵੀ ਜਾਂਦੇ ਜਾਂਦੇ ਪੁੰਨ ਦਾ ਕੰਮ ਇਹੀ ਕਰ ਦਿਓ। ਉਹ ਚਿੱਠੀ ਕੀ ਆ, ਉਹ ਮੈਸੇਜ ਕੀ ਆ, ਉਹਨਾਂ ਕੋਲੇ ਦੱਸਦੇ ਹੈਗਾ, ਉਹੀ ਲੋਕਾਂ ਦੇ ਵਾਸਤੇ ਉਹ ਖੁਲਾਸਾ ਕਰ ਦੇਣ, ਲਿਖ ਕੇ ਕਰ ਦੇਣ ਕਿਸੇ ਜਗ੍ਹਾ ਦੇ ਉੱਤੇ ਖੁਲਾਸਾ। ਕਿਉਂਕਿ ਇਹ ਧੱਬਾ ਉਹਨਾਂ ਦੇ ਉੱਤੇ ਲੱਗਿਆ ਹੋਇਆ ਔਰ ਲੱਗਿਆ ਰਹਿਣਾ ਇਹ ਧੱਬਾ। ਉਹਨਾਂ ਨੇ ਮਾਫੀ ਦਿੱਤੀ, ਕਿਉਂ ਮਾਫੀ ਦਿੱਤੀ, ਕਿਉਂ ਫਿਰ ਮਾਫੀ ਵਾਪਸ ਲਈ? ਇਹ ਗੱਲ ਜਿਹੜੀ ਉਹ ਇੱਥੇ ਮੰਨੀ ਜਾ ਸਕਦੀ ਹੈ ਕਿ ਉਹਨਾਂ ਨੂੰ ਲੱਗਿਆ, ਪ੍ਰੇਮੀਆਂ ਨੂੰ, ਕਿ ਤੁਸੀਂ ਬੇਇੱਜ਼ਤੀ ਕੀਤੀ ਸਾਡੇ ਪਿਤਾ ਜੀ ਦੀ, ਸਾਡੇ ਗੁਰੂ ਦੀ। ਤੁਸੀਂ ਪਹਿਲਾਂ ਬਿਨਾਂ ਮੰਗੇ ਤੋਂ ਮਾਫੀ ਦੇਤੀ, ਫਿਰ ਤੁਸੀਂ ਉਸ ਮਾਫੀ ਨੂੰ ਵਾਪਸ ਲੈ ਲਿਆ। ਉਹਦੇ ਕਰਕੇ ਸਾਡੇ ਮਨ ਦੇ ਵਿੱਚ ਰੰਜ ਆਇਆ। ਔਰ ਉਹ ਵੀ ਜਿਹੋ ਜਿਹੇ ਵਿਅਕਤੀ ਨੇ, ਉਹ ਆਪਣੇ ਤੌਰ ਦੇ ਉੱਤੇ ਨਹੀਂ ਐਡਾ ਵੱਡਾ ਸਟੈਪ ਲੈ ਸਕਦੇ ਜਿੰਨੀ ਦੇਰ ਤੱਕ ਅਹਿਮ ਜਿਹੜਾ ਵਿਅਕਤੀ ਉਹਨਾਂ ਨੂੰ ਕੋਈ ਹੁਕਮ ਨਾ ਦੇਵੇ। ਉਹਦੇ 'ਚ ਮਹਿੰਦਰਪਾਲ ਬਿੱਟੂ ਇੱਕ ਅਹਿਮ ਕੜੀ ਸੀ। ਜਿਸ ਦਿਨ ਧਵੱਚੜ ਪਾਇਆ ਜਾ ਰਿਹਾ ਸੀ ਮਹਿੰਦਰਪਾਲ ਬਿੱਟੂ ਦੇ ਕਤਲ ਦੇ ਉੱਤੇ, ਛਾਲਾਂ ਮਾਰੀਆਂ ਜਾ ਰਹੀਆਂ ਸੀਗੀਆਂ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਇਹਦੇ ਨਾਲ ਜਾਂਚ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਊਗੀ, ਕਿਉਂਕਿ ਉਹ ਬਹੁਤ ਅਹਿਮ ਕੜੀ ਸੀ ਇਸ ਸਭ ਕਾਸੇ ਦੇ ਵਿੱਚ। ਉਹਦਾ ਮਰਡਰ ਹੋ ਗਿਆ, ਕੁਝ ਨਹੀਂ, ਹੁਣ ਤਾਂ ਉਸ ਮਾਮਲੇ ਦੇ ਵਿੱਚ ਕੁਝ ਨਹੀਂ ਹੋ ਸਕਦਾ। ਉਹ ਵੀ ਜਾਂਚ ਦਾ ਇੱਕ ਪਾਰਟ ਹੈ। ਉਹਦਾ ਮਰਡਰ ਜਿਹੜਾ ਸੀਗਾ, ਉਹਦੇ ਪਿੱਛੇ ਕਾਰਨ ਕੀ ਸੀਗੇ? ਇਹ ਐਡਾ ਸੌਖਾ ਨਹੀਂਗਾ ਕਿ ਤੁਸੀਂ ਕੁਝ ਵੀ ਬਣਾ ਕੇ ਜਿਹੜਾ ਉਹ ਪੇਸ਼ ਕਰ ਦਿਓਗੇ। ਇੱਦਾਂ ਤਾਂ ਫਿਰ ਬਣਾ ਕੇ ਪਿਛਲੀ ਸਰਕਾਰ ਨੇ ਵੀ ਪੇਸ਼ ਕਰ ਦਿੱਤਾ ਸੀ ਕਿ ਫੜ ਲੈ ਜੀ 2 ਜਾਣੇ, ਮੇਰੇ ਮਨ ਤੋਂ ਬੋਝ ਉਤਰ ਗਿਆ ਤੇ ਮੈਂ ਜਾ ਰਿਹਾ ਹੁਣ ਗੁਰਦੁਆਰੇ ਮੱਥਾ ਟੇਕਣ। ਇੱਦਾਂ ਮਨ ਤੋਂ ਬੋਝ ਨਹੀਂ ਲੱਥਣਾ। ਇਹਦੇ ਵਿੱਚ ਟੈਕਨੀਕਲ ਗੱਲਾਂ ਨੇ, ਇਹ ਠੀਕ ਹੈ। 6 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ, ਪਰ 6 ਸਾਲ ਦੇ ਦੌਰਾਨ ਲੋਕ ਬਹੁਤ ਕੁਝ ਬੁੱਝ ਵੀ ਗਏ ਆ। ਇਹ ਵੀ ਇੱਕ ਇਹਦਾ ਪੱਖ ਹੈ ਇਸ ਸਾਰੇ ਕੇਸ ਦਾ। ਲੋਕ ਬਹੁਤ ਕੁਝ ਜਾਣ ਗਏ ਆ। ਜਿਹੜੇ ਬਰਗਾੜੀ ਦੇ ਵਿੱਚ ਪੰਥਕ ਜਥੇਬੰਦੀਆਂ ਵਾਲੇ ਇਕੱਠੇ ਹੋਏ, ਜਿਵੇਂ ਉਹ ਮਾਈਕ ਪਿੱਛੇ ਲੜੇ, ਲੋਕਾਂ ਦੇ ਮਨਾਂ ਦੇ ਅੰਦਰ ਉਹਨਾਂ ਨੂੰ ਵੀ ਲੈ ਕੇ ਬਹੁਤ ਵੱਡਾ ਰੋਸ ਆ। ਮੈਂ ਸੁਣ ਰਿਹਾ ਸੀ ਉੱਥੇ ਦਾਦੂਵਾਲ ਹੋਰੀ ਬੋਲ ਰਹੇ ਸੀਗੇ ਕਿ ਜੀ ਜੇ ਕੋਈ ਇਹਨਾਂ ਨੇਤਾਵਾਂ ਦੇ ਬਾਰੇ 'ਚ ਬੋਲਦਾ ਤੇ ਉਹਦੇ ਝੱਟ ਦੇਣੀ ਉਹਨਾਂ ਨੂੰ ਜਵਾਬ ਦਿਓ ਥੱਲੇ ਆ ਕੇ। ਕਿਉਂ ਨਹੀਂ ਸਵਾਲ ਕੀਤੇ ਜਾ ਸਕਦੇ? ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਉੱਤੇ, ਧਿਆਨ ਸਿੰਘ ਮੰਡ ਹੋਰਾਂ ਦੇ ਉੱਤੇ, ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਇਹ ਵੱਡੇ ਸਵਾਲ ਖੜੇ ਨੇ ਕਿ ਉਹਨਾਂ ਨੇ ਜੇ ਬਰਗਾੜੀ ਮੋਰਚਾ ਚੁੱਕਿਆ ਤੇ ਉਹ ਕਿਉਂ ਚੁੱਕਿਆ? ਉਹ ਕਿਹੜੀ ਗਾਰੰਟੀ ਸੀ ਜਿਹੜੀ ਸਰਕਾਰ ਨੇ ਦਿੱਤੀ? ਕੋਈ ਲਿਖਤੀ ਰੂਪ ਦੇ ਵਿੱਚ ਉਹ ਗਾਰੰਟੀ ਸੀ, ਵਰਬਲੀ ਸੀ, ਕੀ ਵਾਅਦਾ ਕੀਤਾ ਗਿਆ ਸੀ? ਇਹ ਵੀ ਸਾਰਾ ਦੇ ਸਾਰਾ ਜਿਹੜਾ ਉਹ ਬਾਹਰ ਆਉਣਾ ਚਾਹੀਦਾ ਔਰ ਲੋਕਾਂ ਨੂੰ ਸਭ ਕੁਝ ਇਹਦਾ ਪਤਾ ਲੱਗਣਾ ਚਾਹੀਦਾ। ਕਿਹਾ ਤਾਂ ਇਹ ਜਾ ਰਿਹਾ ਅਸੀਂ ਦੁਬਾਰਾ ਮੋਰਚਾ ਜਿਹੜਾ ਉਸੇ ਕਿਸਮ ਦਾ ਲਾ ਦਾਂਗੇ, ਪਰ ਸਵਾਲ ਇਹ ਹੁਣ ਬਹੁਤ ਵੱਡਾ ਖੜਾ, ਲੋਕ ਵਿਸ਼ਵਾਸ ਕਰਨਗੇ? ਲੋਕਾਂ ਦੇ ਨਾਲ ਧੋਖਾ ਹੋਇਆ, ਬਰਗਾੜੀ ਮੋਰਚੇ 'ਚ ਬਹੁਤ ਵੱਡਾ ਧੋਖਾ ਹੋਇਆ, ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ। ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਜਿਹੜੇ ਸੀ, ਉਹਨਾਂ ਨੂੰ ਬਿਨਾਂ ਪੁੱਛੇ ਤੋਂ ਮੋੜ ਦਿੱਤਾ ਗਿਆ ਇੱਕ ਕਿਸਮ ਦੇ ਨਾਲ ਵੀ ਹੋ ਗਿਆ ਜੀ, ਇਹ ਤਾਂ ਸਾਰਾ ਕੰਮ ਹੋ ਗਿਆ। ਇਸ ਕਰਕੇ ਇਹ ਜਿਹੜੀ SIT ਦੀ ਜਿੰਨੀ ਇੱਕ ਚੀਜ਼ ਸਾਹਮਣੇ ਆਈ ਹੈ, ਆਈ ਹੋਪ ਕਿ ਜਿਹੜੇ ਇਹ ਸਵਾਲ ਮੇਨ ਖੜੇ ਨੇ ਵੀ ਇਹ ਸਿਰਫ ਲੌਕਟ ਕਰਕੇ ਨਹੀਂ ਹੋਇਆ, ਲੌਕਟ ਕਰਕੇ ਇਹ ਸਾਰਾ ਕੁਝ ਨਹੀਂ ਵਾਪਰਿਆ। ਹਰਜਿੰਦਰ ਸਿੰਘ ਮਾਂਝੀ ਹੋਰੀ ਨਾਮਵਰ ਕਥਾਵਾਚਕ ਨੇ, ਉਹ ਪ੍ਰਚਾਰਕ ਨੇ, ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਬਿਨਾਂ ਕਿਸੇ ਸ਼ੱਕ ਦੇ ਅਸਰ ਹੁੰਦਾ, ਬਹੁਤ ਸਾਰੇ ਲੋਕਾਂ ਦੇ ਉੱਤੇ ਹੁੰਦਾ। ਕੋਈ ਵੀ ਜਿਹੜਾ ਤਰਕ ਦੇ ਨਾਲ ਕੋਈ ਗੱਲ ਕਰਦਾ ਉਹਦਾ ਅਸਰ ਹੁੰਦਾ, ਪਰ ਉਹ ਅਸਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕੋਈ ਜਿਹੜਾ ਉਹਨਾਂ ਦੀਆਂ ਗੱਲਾਂ ਸੁਣੇ, ਉਹ ਲੌਕਟ ਲਾ ਕੇ ਸੁੱਟੇ ਤੇ ਉਹ ਲੌਕਟ ਕੁਝ ਜਿਹੜੇ ਵਿਅਕਤੀ ਨੇ ਉਹਨਾਂ ਲੋਕਟਾਊਨ ਦੇਖ ਕੇ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਉਹ ਚੋਰੀ ਕਰ ਲੈਣ ਤੇ ਉਹਦੀ ਥਾਂ ਥਾਂ ਦੇ ਉੱਤੇ ਬੇਅਦਬੀ ਕਰ ਦੇਣ। ਹੋਪਫੁਲੀ ਜਿਹੜੀਆਂ ਹੁਣ 3 SIT ਲੱਗੀਆਂ ਨੇ, ਵੇਖਦੇ ਹਾਂ 4.5 ਸਾਲ ਕੁਝ ਨਹੀਂ ਹੋਇਆ, ਅਗਲੇ ਕੁਝ ਮਹੀਨਿਆਂ ਦੇ ਦੌਰਾਨ ਇਸ ਮਾਮਲੇ ਦੇ ਵਿੱਚ ਕੁਝ ਸਾਹਮਣੇ ਆਉਂਦਾ ਜਾਂ ਨਹੀਂ। ਧੰਨਵਾਦ, ਬਹੁਤ ਬਹੁਤ ਸਤਿ ਸ਼੍ਰੀ ਅਕਾਲ।